हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਗੱਲ ਕਰਾਂਗੇ ਮਾਹੌਲ ਦੀ, ਜੋ ਕਿ ਵੋਟਾਂ ਦਾ ਬਣਿਆ ਹੋਇਆ ਹੈ ਤੇ ਹਰ ਕਿਸੇ ਨੂੰ ਆਉਣ ਵਾਲੇ 5 ਸਾਲ ਦੀ ਚਿੰਤਾ ਹੈ। ਸੋ ਇਸ ਬਾਰੇ ਵੀ ਗੱਲ ਕਰਾਂਗੇ। ਇਸ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਵੋਟਾਂ ਦੀ ਸ਼ੁਰੂਆਤ ਕਦੋਂ ਹੋਈ ਸੀ ਤੇ ਕਿਵੇਂ ਹੋਈ ਸੀ। ਸੋ ਇਸ ਲਈ ਆਪਾਂ ਨੂੰ ਜਾਣਾ ਪਵੇਗਾ ਪਿੱਛੇ ਇਤਿਹਾਸ ਦੇ ਵਿੱਚ ਤੇ ਵੋਟਾਂ ਦੀ ਅਸਲ ਵਿੱਚ ਤਾਕਤ ਕੀ ਹੈ ਜੋ ਸਾਡੇ ਕੋਲ ਹੈ ਤੇ ਸਾਨੂੰ ਖੁਦ ਨੂੰ ਹੀ ਨਹੀਂ ਪਤਾ। ਤੇ ਸਾਡੀ ਛੋਟੀ ਜੀ ਤਾਕਤ ਦੇ ਨਾਲ ਇੱਕ ਐਮਐਲਏ ਬਣਦਾ ਹੈ ਤੇ ਐਮਐਲਏ ਦੀ ਤਾਕਤ ਨਾਲ ਮੁੱਖ ਮੰਤਰੀ। ਸੋ ਇਹਨਾਂ ਚੀਜ਼ਾਂ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਪਹਿਲਾਂ ਗੱਲ ਕਰਦੇ ਹਾਂ ਕਿ ਇਸ ਦੀ ਸ਼ੁਰੂਆਤ ਕਦੋਂ ਹੋਈ ਸੀ। ਇਸ ਲਈ ਜਾਣਾ ਪਵੇਗਾ ਸਾਨੂੰ ਪਿੱਛੇ ਇਤਿਹਾਸ ਦੇ ਵਿੱਚ। ਦੁਨੀਆ ਵਿੱਚ ਲੋਕਤੰਤਰ ਵਾਲੇ ਦੇਸ਼ਾਂ ਦੀ ਨੀਂਹ ਵੋਟਾਂ ਦੁਆਰਾ ਰੱਖੀ ਜਾਂਦੀ ਹੈ। ਚੋਣਾਂ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਜਨਸੰਖਿਆ ਦੁਆਰਾ ਇੱਕ ਵਿਅਕਤੀ ਨੂੰ ਜਿਤਾਇਆ ਜਾਂਦਾ ਹੈ ਤੇ ਇਹ ਅਲੱਗ-ਅਲੱਗ ਦੇਸ਼ਾਂ ਵਿੱਚ ਅਲੱਗ-ਅਲੱਗ ਤਰੀਕੇ ਨਾਲ ਪੈਂਦੀਆਂ ਨੇ ਤੇ ਜਿਸ ਬਾਰੇ ਹੁਣ ਆਪਾਂ ਗੱਲ ਕਰਾਂਗੇ। ਚੁਣਾਵ ਦਾ ਅਰਥ ਹੈ ਚੁਣਨਾ ਜਾਂ ਨਿਰਣੇ ਲੈਣਾ। ਇਸ ਦੀ ਸ਼ੁਰੂਆਤ ਦੇ ਅਲੱਗ-ਅਲੱਗ ਵੇਰਵੇ ਨੇ, ਪਰ ਇਸ ਦਾ ਕਾਗਜ਼ਾਂ ਵਿੱਚ ਲਿਖੇ ਅਨੁਸਾਰ ਇਤਿਹਾਸ ਪ੍ਰਾਚੀਨ ਗ੍ਰੀਸ ਤੇ ਪ੍ਰਾਚੀਨ ਰੂਸ ਤੋਂ ਸ਼ੁਰੂ ਹੁੰਦਾ ਹੈ। ਉੱਥੇ ਚੋਣਾਂ ਦੀ ਸ਼ੁਰੂਆਤ ਪਵਿੱਤਰ ਰੋਮਨ ਸਮਰਾਟ ਤੇ ਪੌਪ ਵਰਗੇ ਸ਼ਾਸਕਾਂ ਨੂੰ ਚੁਣਨ ਲਈ ਸ਼ੁਰੂ ਕੀਤੀ ਗਈ ਸੀ। ਮਹਾਰਾਂ ਦੇ ਅਨੁਸਾਰ ਇਹ 508 BC ਵਿੱਚ ਸ਼ੁਰੂ ਹੋਈ ਸੀ ਤੇ ਗ੍ਰੀਸ ਦੇ ਜੋ ਪੁਰਸ਼ ਜ਼ਮੀਨ ਦੇ ਮਾਲਕ ਸੀ ਉਹਨਾਂ ਨੂੰ ਆਪਣੇ ਉਮੀਦਵਾਰ ਨੂੰ ਵੋਟ ਦੇਣ ਦਾ ਅਧਿਕਾਰ ਸੀ, ਹੋਰ ਕਿਸੇ ਨੂੰ ਵੀ ਨਹੀਂ ਸੀ। ਤੇ ਇਹ ਉਮੀਦਵਾਰ ਨੇ 10 ਸਾਲਾਂ ਤੱਕ ਸੱਤਾ ਵਿੱਚ ਰਹਿਣਾ ਸੀ ਤੇ ਇਹ ਵੋਟ ਪ੍ਰਣਾਲੀ ਤੁਹਾਨੂੰ ਦੱਸਦੀ ਹੈ ਕਿ ਬੋਲ ਤੇ ਚੱਲਦੀ ਸੀ। ਉਸ ਸਮੇਂ ਕੋਈ ਵੀ ਕਾਗਜ਼ ਤੇ ਲਿਖ ਕੇ ਵੋਟ ਨਹੀਂ ਪੈਂਦੀ ਸੀ ਤੇ ਇਸ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਗ੍ਰੀਸ ਵਿੱਚ ਹੀ ਸਭ ਤੋਂ ਪਹਿਲਾਂ ਲੋਕਤੰਤਰ ਲਾਗੂ ਕੀਤਾ ਗਿਆ, ਮਤਲਬ ਲੋਕਾਂ ਦੁਆਰਾ ਚੁਣਿਆ ਗਿਆ ਰਾਜਾ। ਇਸ ਤੋਂ ਪਹਿਲਾਂ ਰਾਜਿਆਂ ਦਾ ਰਾਜ ਹੁੰਦਾ ਸੀ। ਸੋ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਰੀਲੇਬਲ ਪਲੇਟਫਾਰਮ ਬਾਰੇ ਦੱਸ ਦਈਏ। ਇਹ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਤੁਸੀਂ ਸਿਰਫ ਇੱਕ ਟੈਸਟ ਦੇਣਾ ਤੇ ਤੁਹਾਡੀ ਜੌਬ ਇੰਡੀਆ ਦੀਆਂ ਟੌਪ ਕੰਪਨੀਆਂ ਦੇ ਵਿੱਚ ਲੱਗ ਸਕਦੀ ਹੈ, ਜਿਵੇਂ ਕਿ ਰੇਜ਼ਰਪੇ, ਕ੍ਰੈਡਿਟ, ਯਾਤਰਾ, ਪੇਟੀਐਮ ਵਰਗੀਆਂ 200 ਵੱਡੀਆਂ ਕੰਪਨੀਆਂ ਤੁਹਾਨੂੰ ਰੀਲੇਬਲ ਪਲੇਟਫਾਰਮ ਤੋਂ ਹਾਇਰ ਕਰਦੀਆਂ ਨੇ ਤੇ ਇੱਥੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਡਿਗਰੀ ਦੀ ਲੋੜ ਨਹੀਂ, ਨਾ ਹੀ ਕਿਸੇ ਐਕਸਪੀਰੀਅੰਸ ਦੀ। ਸੋ ਰੀਲੇਬਲ ਟੈਸਟ ਦੇ ਥਰੂ ਤੁਸੀਂ ਆਪਣੀ ਸਕਿੱਲ ਪ੍ਰੂਵ ਕਰ ਸਕਦੇ ਹੋ ਆਪਣੀ ਡ੍ਰੀਮ ਕੰਪਨੀ ਦੇ ਵਿੱਚ ਜੌਬ ਲੈਣ ਲਈ। ਤੇ ਸਭ ਤੋਂ ਵੱਡੀ ਗੱਲ, ਇੱਥੇ ਤੁਸੀਂ ਇੱਕ ਵੀ ਪੈਸਾ ਨਹੀਂ ਦੇਣਾ ਹੈ ਤੇ ਇੱਥੇ ਤੁਹਾਨੂੰ ਫਰੰਟ ਐਂਡ ਬੈਕ ਡਿਵੈਲਪਮੈਂਟ, ਬਿਜ਼ਨਸ ਡਿਵੈਲਪਮੈਂਟ ਤੇ ਫੁੱਲ ਸਟੈਕ ਡਿਵੈਲਪਮੈਂਟ ਤੇ ਹੁਣੇ ਲਾਂਚ ਹੋਏ 4 ਨਿਊ ਜੌਬ ਟੈਸਟ, ਜਿਵੇਂ ਕਿ ਬਿਜ਼ਨਸ ਮੈਨੇਜਮੈਂਟ, HR, ਆਪਰੇਸ਼ਨ ਜੌਬਸ ਤੇ ਐਂਡਰੋਇਡ ਐਪ ਡਿਵੈਲਪਮੈਂਟ। ਸੋ ਇਹਨਾਂ ਜੌਬਸ ਲਈ ਕੰਪਨੀਆਂ ਤੁਹਾਨੂੰ 25 LPA ਤੱਕ ਆਫਰ ਕਰਦੀਆਂ ਨੇ, ਮਤਲਬ ਕਿ 25 ਲੱਖ ਪਰ ਈਅਰ। ਸੋ ਜੇਕਰ ਤੁਸੀਂ ਹਲੇ ਵੀ ਡਿਸਾਈਡ ਨਹੀਂ ਕਰ ਪਾ ਰਹੇ ਤਾਂ ਟੈਸਟ ਲਈ ਰਜਿਸਟਰ ਕਰਦੇ ਸਮੇਂ ਤੁਹਾਨੂੰ ਮੌਕ ਟੈਸਟ ਤੇ ਸੈਂਪਲ ਪੇਪਰ ਮਿਲ ਜਾਣਗੇ ਜੋ ਤੁਹਾਨੂੰ ਟੈਸਟ ਲਈ ਪ੍ਰਪੇਅਰ ਕਰਨ ਵਿੱਚ ਮਦਦ ਕਰਨਗੇ। ਤੇ ਰੀਲੇਬਲ ਹੁਣ ਤੱਕ 10 ਕਰੋੜ ਰੁਪਏ ਤੋਂ ਜ਼ਿਆਦਾ ਨੌਕਰੀਆਂ ਬੱਚਿਆਂ ਨੂੰ ਦੇ ਚੁੱਕਿਆ ਹੈ ਤੇ ਇਹ ਹਰ ਰੋਜ਼ ਇਨਕਰੀਜ਼ ਹੀ ਹੁੰਦੀਆਂ ਨੇ। ਤੇ ਇਹ ਕੁਝ ਕੈਂਡੀਡੇਟਸ ਵੀ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੂੰ 4 LPA ਤੋਂ 40 LPA ਤੱਕ ਦੇ ਪੈਕੇਜ ਮਿਲੇ ਨੇ, ਮਤਲਬ ਕਿ 40 ਲੱਖ ਤੱਕ ਪਰ ਈਅਰ। ਸੋ ਇਹੀ ਨਹੀਂ, ਰੀਲੇਬਲ ਹਰ ਮਹੀਨੇ ਆਪਣੇ ਟੌਪ ਕੈਂਡੀਡੇਟਸ ਨੂੰ ਐਪਲ ਗੁੱਡੀਜ਼, ਮੈਕਬੁੱਕ, ਆਈਫੋਨ, ਆਈਵਾਚ ਵਰਗੇ ਪ੍ਰਾਈਜ਼ ਵੀ ਦਿੰਦਾ ਹੈ। ਸੋ ਸਿੰਪਲ, ਤੁਸੀਂ ਇਸ ਵਿੱਚ ਆਪਣੇ ਬੇਸਿਕ ਡਿਟੇਲ ਭਰ ਕੇ ਸਾਈਨ ਅਪ ਕਰ ਸਕਦੇ ਹੋ ਤੇ ਟੈਸਟ ਲਈ ਰਜਿਸਟਰ ਕਰ ਸਕਦੇ ਹੋ। ਇਸ ਲਈ ਤੁਹਾਨੂੰ ਇੱਕ ਵੀ ਪੈਸਾ ਦੇਣ ਦੀ ਜ਼ਰੂਰਤ ਨਹੀਂ, ਬਲਕਿ ਇੱਕ ਫ੍ਰੀ ਟੈਸਟ ਦੇ ਥਰੂ ਤੁਹਾਨੂੰ ਵਧੀਆ ਜੌਬ ਮਿਲ ਸਕਦੀ ਹੈ ਤੇ ਵਧੀਆ ਪ੍ਰੋਡਕਟ ਜਿੱਤਣ ਦਾ ਮੌਕਾ ਹੀ ਮਿਲ ਸਕਦਾ ਹੈ। ਸੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ, ਇੱਕ ਵਾਰੀ ਚੈੱਕ ਜ਼ਰੂਰ ਕਰਿਓ। ਤੇ ਇਸ ਤਰ੍ਹਾਂ ਚੱਲਦੇ 13ਵੀਂ ਸਦੀ ਦੇ ਦੌਰਾਨ ਵੈਨਿਸ ਰਾਜ ਕਾਫੀ ਮਜ਼ਬੂਤ ਹੋਇਆ ਤੇ ਉੱਥੋਂ 40 ਬੰਦਿਆਂ ਦੀ ਇੱਕ ਕਮੇਟੀ ਬਣਾਈ ਗਈ ਜਿਸ ਨੂੰ ਉੱਥੋਂ ਦੇ ਲੋਕ ਵੋਟ ਪਾਉਂਦੇ ਤੇ ਆਪਣੇ ਲਈ ਸਵੀਕਾਰ ਕਰਦੇ। ਵਿਜੇਤਾ ਉਹੀ ਹੁੰਦਾ ਜੋ ਜ਼ਿਆਦਾ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਤੇ ਇਸ ਵਿੱਚ ਉੱਥੋਂ ਦੇ ਸਾਰੇ ਲੋਕ ਸ਼ਾਮਲ ਹੁੰਦੇ ਸੀ, ਨਾ ਕਿ ਸਿਰਫ ਜ਼ਮੀਨ ਦੇ ਮਾਲਕ। ਤੇ ਇਸ ਤਰ੍ਹਾਂ ਚੋਣਾਂ ਦੇ ਰੂਪ ਵਿੱਚ ਬਦਲਾਅ ਆਇਆ। ਇਸ ਤੋਂ ਬਾਅਦ ਜੇਕਰ ਅਮਰੀਕਾ ਦੇ ਇਤਿਹਾਸ ਵੱਲ ਜਾਈਏ, ਜਿਸ ਨੇ 1776 ਵਿੱਚ ਇੱਕ ਨਿਯਮ ਲਾਗੂ ਕੀਤਾ ਕਿ ਕੇਵਲ 21 ਸਾਲ ਤੋਂ ਉੱਤੇ ਵਾਲੇ ਪੁਰਸ਼ ਹੀ ਵੋਟ ਪਾ ਸਕਦੇ ਨੇ ਤੇ ਇਹਨਾਂ ਦਾ ਹਿੱਸਾ ਬਣ ਸਕਦੇ ਨੇ। ਪਰ ਉਸ ਸਮੇਂ ਸਿਰਫ ਗੋਰੇ ਲੋਕ ਹੀ ਵੋਟ ਕਰ ਸਕਦੇ ਸੀ, ਕਾਲੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਗਿਆ, ਜੋ ਕਿ 1860 ਤੋਂ ਬਾਅਦ ਮਿਲਿਆ ਹੈ। ਹੁਣ ਸਾਡੇ ਦੇਸ਼ ਵਿੱਚ ਵੋਟ ਦੇਣ ਦੀ ਉਮਰ 18 ਸਾਲ ਤੋਂ ਉੱਤੇ ਹੈ। ਇਸ ਨੂੰ ਵੀ ਅਮਰੀਕਾ ਨੇ ਹੀ 1971 ਵਿੱਚ ਸ਼ੁਰੂ ਕੀਤਾ ਸੀ, ਜਦੋਂ ਵੀਅਤਨਾਮ ਯੁੱਧ ਵਿੱਚ ਜਾਣ ਵਾਲੇ ਸੈਨਿਕਾਂ ਦੀ ਉਮਰ 18 ਸਾਲ ਤੋਂ ਸ਼ੁਰੂ ਹੁੰਦੀ ਸੀ। ਉਸ ਸਮੇਂ 21 ਸਾਲ ਤੋਂ ਉਮਰ ਘਟਾ ਕੇ 18 ਸਾਲ ਕਰ ਦਿੱਤੀ ਗਈ ਕਿ ਜੇਕਰ 18 ਸਾਲ ਦਾ ਨੌਜਵਾਨ ਯੁੱਧ ਵਿੱਚ ਜਾ ਸਕਦਾ ਹੈ ਤਾਂ ਉਹ ਵੋਟ ਵੀ ਪਾ ਸਕਦਾ ਹੈ। ਉਸ ਨੂੰ 21 ਸਾਲ ਤੱਕ ਵੇਟ ਕਰਨ ਦੀ ਕੋਈ ਲੋੜ ਨਹੀਂ। ਤੇ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਔਰਤਾਂ ਨੂੰ ਵੋਟ ਪਾਉਣ ਦਾ ਬਿਲਕੁਲ ਵੀ ਅਧਿਕਾਰ ਨਹੀਂ ਸੀ। 1893 ਵਿੱਚ ਨਿਊਜ਼ੀਲੈਂਡ ਨੇ ਸਭ ਤੋਂ ਪਹਿਲਾਂ ਵੋਟ ਪਾਉਣ ਦਾ ਅਧਿਕਾਰ ਔਰਤਾਂ ਨੂੰ ਦਿੱਤਾ ਸੀ। ਉਸ ਤੋਂ ਪਹਿਲਾਂ ਪੁਰਸ਼ਾਂ ਕੋਲ ਹੀ ਵੋਟ ਦੇਣ ਦਾ ਅਧਿਕਾਰ ਹੁੰਦਾ ਸੀ। ਇਸ ਤੋਂ ਬਾਅਦ ਹੋਰ ਬਹੁਤ ਸਾਰੇ ਦੇਸ਼ਾਂ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਤੇ ਕੁਝ ਦੇਸ਼ਾਂ ਵਿੱਚ 1900 ਦੇ ਸਮੇਂ ਟੈਕਸ ਦੇ ਆਧਾਰ ਤੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਂਦਾ ਸੀ। ਜੋ ਜ਼ਿਆਦਾ ਟੈਕਸ ਕਰਦੇ ਸੀ ਉਹਨਾਂ ਕੋਲ ਹੀ ਵੋਟ ਦੇਣ ਦਾ ਅਧਿਕਾਰ ਹੁੰਦਾ ਸੀ। 1960 ਤੱਕ ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਉੱਥੋਂ ਦੇ ਟ੍ਰਾਈਬਲ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਦਿੱਤਾ ਗਿਆ ਤੇ 20ਵੀਂ ਸਦੀ ਤੱਕ
ਤੱਕ ਬ੍ਰਾਜ਼ੀਲ, ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿੱਚ ਸਿੱਖਿਆ ਦੇ ਆਧਾਰ ਤੇ ਵੋਟ ਪਾਉਣ ਦਾ ਹੱਕ ਮਿਲਿਆ। ਮਤਲਬ ਜੋ ਜ਼ਿਆਦਾ ਪੜ੍ਹਿਆ ਲਿਖਿਆ ਹੋਵੇਗਾ ਉਹੀ ਵੋਟ ਪਾਉਣ ਦੇ ਯੋਗ ਹੋਵੇਗਾ। ਇਸ ਨਾਲ ਉੱਥੋਂ ਦੇ ਗਰੀਬ ਲੋਕ ਜੋ ਘੱਟ ਪੜ੍ਹੇ ਲਿਖੇ ਹੁੰਦੇ ਸੀ ਉਹਨਾਂ ਨੂੰ ਇਹ ਹੱਕ ਨਾ ਮਿਲਦੇ। ਤੇ ਜਿਵੇਂ ਸਾਡੇ ਦੇਸ਼ ਵਿੱਚ ਅਪਰਾਧੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਵੀ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਵੋਟ ਦੇਣਾ ਜ਼ਰੂਰੀ ਹੈ ਤੇ ਉਹਨਾਂ ਲੋਕਾਂ ਦੀ ਇਹ ਇੱਕ ਤਰ੍ਹਾਂ ਡਿਊਟੀ ਹੈ। ਪਰ ਆਪਣੇ ਇੱਥੇ 20% ਲੋਕ ਵੋਟ ਪਾਉਣਾ ਬਿਲਕੁਲ ਵੀ ਜ਼ਰੂਰੀ ਨਹੀਂ ਸਮਝਦੇ। ਉਹ ਇਹ ਸੋਚ ਲੈਂਦੇ ਨੇ ਕਿ ਸਾਡੀ ਵੋਟ ਨਾਲ ਕਿਹੜਾ ਕੋਈ ਫਰਕ ਪੈਣ ਵਾਲਾ ਹੈ। ਬਾਅਦ ਵਿੱਚ 5 ਸਾਲ ਫਿਰ ਉਹੀ ਲੋਕ ਸਰਕਾਰ ਨੂੰ ਮਾੜਾ ਕਹੀ ਜਾਂਦੇ, ਜਦ ਕਿ ਉਹਨਾਂ ਨੂੰ ਸਰਕਾਰ ਨੂੰ ਮਾੜਾ ਕਹਿਣ ਦਾ ਬਿਲਕੁਲ ਵੀ ਹੱਕ ਨਹੀਂ ਹੈ। ਪਰ ਜੇਕਰ ਆਪਾਂ ਬਾਹਰਲੀ ਕੰਟਰੀ ਦੇਖੀਏ ਤਾਂ ਉੱਥੇ ਵੋਟ ਪਾਉਣੀ ਲਾਜ਼ਮੀ ਹੈ, ਨਹੀਂ ਤਾਂ ਤੁਹਾਡੇ ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਉਸ ਦੀਆਂ ਬਹੁਤ ਸਾਰੀਆਂ ਸੁਵਿਧਾਵਾਂ ਰੱਦ ਕੀਤੀਆਂ ਜਾ ਸਕਦੀਆਂ ਨੇ। ਬੈਲਜੀਅਮ ਦੇਸ਼ ਵਿੱਚ ਵੋਟ ਦੇਣਾ ਕੰਪਲਸਰੀ ਹੈ। ਉੱਥੇ ਵੋਟ ਨਾ ਦੇਣ ਤੇ ਫਾਈਨ ਭਰਨਾ ਪੈਂਦਾ ਹੈ ਤੇ ਜੇਕਰ ਸਿੰਗਾਪੁਰ ਵਿੱਚ ਤੁਸੀਂ ਵੋਟ ਨਹੀਂ ਦਿੰਦੇ ਤਾਂ ਤੁਹਾਡੀ ਵੋਟ ਦਾ ਅਧਿਕਾਰ ਖੋਹ ਲਿਆ ਜਾਂਦਾ ਹੈ। ਬ੍ਰਾਜ਼ੀਲ ਵਿੱਚ ਜੇਕਰ ਤੁਸੀਂ ਵੋਟ ਨਹੀਂ ਦਿੰਦੇ ਤਾਂ ਤੁਹਾਡਾ ਪਾਸਪੋਰਟ ਖੋਇਆ ਜਾ ਸਕਦਾ ਹੈ ਤੇ ਹੋਰ ਤਾਂ ਹੋਰ ਜੇਕਰ ਬੋਲੀਵੀਆ ਵਿੱਚ ਤੁਸੀਂ ਵੋਟ ਨਹੀਂ ਦਿੰਦੇ ਤਾਂ ਤੁਹਾਡੀ 3 ਮਹੀਨੇ ਦੀ ਤਨਖਾਹ ਕੱਟ ਦਿੱਤੀ ਜਾਂਦੀ ਹੈ। ਸੋ ਇਸ ਤਰ੍ਹਾਂ ਅਲੱਗ-ਅਲੱਗ ਰੂਲ ਨੇ ਇਹਨਾਂ ਦੇਸ਼ਾਂ ਦੇ ਵਿੱਚ। ਪਰ ਆਪਣੇ ਦੇਸ਼ ਵਿੱਚ ਸ਼ਾਇਦ ਇਹ ਰੂਲ ਇਸ ਕਾਰਨ ਨਹੀਂ ਹੈ ਕਿਉਂਕਿ ਜਿੰਨੇ ਲੋਕ ਘੱਟ ਵੋਟ ਪਾਉਣਗੇ ਉਸ ਦਾ ਵੀ ਸਰਕਾਰਾਂ ਹੀ ਫਾਇਦਾ ਲੈਂਦੀਆਂ ਨੇ। ਕਿਉਂਕਿ ਇਸ ਕਾਰਨ ਹੀ ਸਾਡੇ ਦੇਸ਼ ਵਿੱਚ ਕਈ ਸਰਕਾਰਾਂ 20-25% ਲੋਕਾਂ ਦੇ ਸਿਰ ਤੇ ਹੀ ਆਪਣੀ ਸਰਕਾਰ ਬਣਾ ਲੈਂਦੀਆਂ ਨੇ। ਤੇ ਨਾਰਥ ਕੋਰੀਆ ਜੋ ਇੱਕ ਅਜੂਬਾ ਦੇਸ਼ ਹੈ, ਇੱਥੇ ਹਰ ਇੱਕ ਬੰਦੇ ਨੂੰ ਵੋਟ ਦੇਣਾ ਕੰਪਲਸਰੀ ਹੈ। ਪਰ ਇਹਨਾਂ ਦਾ ਵੋਟਾਂ ਵਿੱਚ ਖੜਨ ਵਾਲਾ ਆਗੂ ਕਿਮ ਯੋਂਗ ਇਕਲੌਤਾ ਹੀ ਹੈ ਤੇ ਸਾਰਿਆਂ ਨੂੰ ਉਸ ਨੂੰ ਹੀ ਵੋਟ ਦੇਣੀ ਪਵੇਗੀ। ਮਤਲਬ ਇੱਕ ਹੀ ਮੰਤਰੀ ਹੈ ਤੇ ਦੂਜਾ ਕੋਈ ਖੜਾ ਹੋਰ ਹੋਣ ਨਹੀਂ ਦਿੰਦੇ ਤੇ ਲੋਕਾਂ ਦਾ ਵੋਟ ਪਾਉਣ ਵਾਲਾ ਚੌ ਵੀ ਉਤਰ ਜਾਂਦਾ ਹੈ ਤੇ ਉਹਨਾਂ ਨੂੰ ਇਹ ਵੀ ਮਹਿਸੂਸ ਕਰਾ ਦਿੱਤਾ ਜਾਂਦਾ ਹੈ ਕਿ ਤੁਸੀਂ ਲੋਕਤੰਤਰ ਦੇਸ਼ ਵਿੱਚ ਰਹਿ ਰਹੇ ਹੋ। ਤੇ ਹੁਣ ਗੱਲ ਕਰਦੇ ਹਾਂ ਨੋਟਾ ਬਟਨ ਦੀ। ਇਸ ਦਾ ਮਤਲਬ ਹੈ ਨਨ ਆਫ ਦਾ ਅਬਵ, ਮਤਲਬ ਜਿੰਨੇ ਵੀ ਕੈਂਡੀਡੇਟ ਖੜੇ ਨੇ ਉਹਨਾਂ ਵਿੱਚੋਂ ਮੈਨੂੰ ਕੋਈ ਵੀ ਪਸੰਦ ਨਹੀਂ। ਇੰਡੀਆ ਵਿੱਚ ਪਹਿਲੀ ਵਾਰ ਇਸ ਨੂੰ 2013 ਵਿੱਚ ਸਟੇਟ ਇਲੈਕਸ਼ਨ ਵਿੱਚ ਜੋੜਿਆ ਗਿਆ ਸੀ। ਉਸ ਸਮੇਂ 15 ਲੱਖ ਲੋਕਾਂ ਨੇ ਇਹੀ ਬਟਨ ਦਬਾਇਆ। ਅਲੱਗ-ਅਲੱਗ ਦੇਸ਼ਾਂ ਵਿੱਚ ਇਸ ਦੇ ਨਾਮ ਅਲੱਗ-ਅਲੱਗ ਨੇ। ਸਪੇਨ ਤੇ ਗ੍ਰੀਸ ਵਰਗੇ ਦੇਸ਼ਾਂ ਵਿੱਚ ਇਸ ਨੂੰ ਵਾਈਟ ਵੋਟ ਕਿਹਾ ਜਾਂਦਾ ਹੈ ਤੇ ਅਰਜਨਟੀਨਾ ਵਿੱਚ ਬਲੈਂਕ ਵੋਟ, ਯੂਕਰੇਨ ਵਿੱਚ ਅਗੇਂਸਟ ਆਲ ਕਿਹਾ ਜਾਂਦਾ ਹੈ ਤੇ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਬਟਨ ਹੁੰਦਾ ਨਹੀਂ ਹੈ। ਪਰ ਤੁਹਾਨੂੰ ਦੱਸ ਦਈਏ ਕਿ ਇਸ ਦੇ ਕਾਰਨ ਪੋਲੈਂਡ ਤੇ ਰਸ਼ੀਆ ਦੀ ਸਰਕਾਰ ਵੀ ਗਿਰ ਗਈ ਸੀ। 1999 ਵਿੱਚ ਜਦੋਂ ਪੋਲੈਂਡ ਦੇ ਲੋਕਾਂ ਨੇ ਕਮਿਊਨਿਸਟ ਸਰਕਾਰ ਦੀ ਜਗ੍ਹਾ ਨੋਟਾਂ ਨੂੰ ਸਭ ਤੋਂ ਵੱਧ ਵੋਟ ਪਾਈ ਤਾਂ ਉੱਥੇ ਦੁਬਾਰਾ ਤੋਂ ਵੋਟਾਂ ਕਰਵਾਈਆਂ ਗਈਆਂ ਤੇ 1991 ਵਿੱਚ ਸੋਵੀਅਤ ਸੰਘ ਮਤਲਬ ਰਸ਼ੀਆ ਵਿੱਚ ਨੋਟਾਂ ਕਾਰਨ ਕਮਿਊਨਿਸਟ ਸਰਕਾਰ ਨੂੰ ਉਤਾਰਿਆ ਗਿਆ, ਜਿਸ ਤੋਂ ਬਾਅਦ 2006 ਵਿੱਚ ਰਸ਼ੀਆ ਨੇ ਨੋਟਾਂ ਦਾ ਬਟਨ ਹੀ ਹਟਾ ਦਿੱਤਾ। ਪਰ ਸਾਡੇ ਦੇਸ਼ ਵਿੱਚ ਇਹ ਕੋਈ ਖਾਸ ਪ੍ਰਭਾਵ ਨਹੀਂ ਪਾਉਂਦਾ। ਇੱਥੇ ਜ਼ਿਆਦਾਤਰ ਨੋਟਾਂ ਨੂੰ ਵੋਟ ਪੈਣ ਤੇ ਦੁਬਾਰਾ ਵੋਟਾਂ ਨਹੀਂ ਕਰਵਾਈਆਂ ਜਾਂਦੀਆਂ। ਪਰ ਫਿਰ ਵੀ ਇਹ ਨੈਗੇਟਿਵ ਫੀਡਬੈਕ ਦੇਣ ਲਈ ਇੱਕ ਵਧੀਆ ਸਾਧਨ ਹੈ ਜੇਕਰ ਜ਼ਿਆਦਾ ਮਾਤਰਾ ਵਿੱਚ ਕੀਤਾ ਜਾਵੇ। ਪਰ ਆਉਣ ਵਾਲੇ ਸਮੇਂ ਵਿੱਚ ਜੇ ਸਰਕਾਰਾਂ ਨੇ ਕੰਮ ਨਾ ਕੀਤਾ, 5 ਸਾਲ ਮਗਰੋਂ ਵੀ ਸਰਕਾਰ ਨੂੰ ਹੱਥ ਜੋੜ ਕੇ ਵੋਟਾਂ ਮੰਗਣ ਦੀ ਲੋੜ ਪਈ ਤਾਂ ਨੋਟਾ ਬਟਨ ਦਾ ਇਸਤੇਮਾਲ ਜ਼ਿਆਦਾ ਵਧੇਗਾ ਤੇ ਸਰਕਾਰਾਂ ਨੂੰ ਇਸ ਲਈ ਠੋਸ ਕਦਮ ਚੁੱਕਣੇ ਪੈਣਗੇ। ਜਿਹੜੀ ਸਰਕਾਰ ਨੇ 5 ਸਾਲ ਆਪਣੇ ਰਾਜ ਵਿੱਚ ਬਿਤਾਏ ਹੋਣ ਤੇ ਉਸ ਨੂੰ ਦੁਬਾਰਾ ਵੋਟ ਲਈ ਪੋਸਟਰਾਂ ਤੇ ਹੱਥ ਜੋੜ ਕੇ ਵੋਟ ਮੰਗਣੇ ਪੈਣ, ਮਤਲਬ ਉਸ ਨੇ ਕਿਤੇ ਨਾ ਕਿਤੇ ਖਾਮੀਆਂ ਛੱਡੀਆਂ ਨੇ ਆਪਣੇ ਕਾਰਜਕਾਲ ਦੌਰਾਨ। ਸੋ ਕਹਿਣ ਦਾ ਮਤਲਬ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਬੰਦਾ ਕੰਮ ਕਰੇਗਾ, ਬੇਸ਼ੱਕ ਉਹ ਕਿਸੇ ਵੀ ਪਾਰਟੀ ਤੋਂ ਹੋਵੇ, ਉਸ ਨੂੰ ਹੱਥ ਜੋੜ ਕੇ ਵੋਟਾਂ ਮੰਗਣ ਦੀ ਲੋੜ ਨਹੀਂ ਪਵੇਗੀ। ਲੋਕ ਆਪਣੇ ਆਪ ਪਾਉਣਗੇ। ਮਤਲਬ ਆਉਣ ਵਾਲੇ ਸਮੇਂ ਵਿੱਚ ਹੁਣ ਹੱਥ ਜੋੜ ਕੇ ਵੋਟਾਂ ਨਹੀਂ ਪੈਣਗੀਆਂ। ਤੇ ਅੱਗੇ ਗੱਲ ਕਰਦੇ ਹਾਂ, ਵੋਟ ਪਾਉਣ ਦੇ ਤਰੀਕੇ ਬਹੁਤ ਸਾਰੇ ਨੇ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ। ਇਹ 16 ਤਰੀਕਿਆਂ ਨਾਲ ਅਲੱਗ-ਅਲੱਗ ਦੇਸ਼ਾਂ ਵਿੱਚ ਵੋਟਾਂ ਹੁੰਦੀਆਂ ਨੇ। ਇੰਡੀਆ ਵਿੱਚ ਦਾ ਫਸਟ ਪਾਸਟ ਦਾ ਪੋਸਟ ਸਿਸਟਮ ਨਾਲ ਵੋਟਾਂ ਪੈਂਦੀਆਂ ਨੇ। ਵੋਟਰ ਆਪਣਾ ਨੁਮਾਇੰਦਾ ਚੁਣਦੇ ਨੇ ਜੋ ਉਹਨਾਂ ਦੀ ਗੱਲ ਸਟੇਟ ਸਭਾ ਤੇ ਲੋਕ ਸਭਾ ਤੱਕ ਲੈ ਕੇ ਜਾਂਦਾ ਹੈ। ਇਸ ਨੂੰ ਡਾਇਰੈਕਟ ਸਿਸਟਮ ਕਿਹਾ ਜਾਂਦਾ ਹੈ। ਪ੍ਰੈਜ਼ੀਡੈਂਟ, ਰਾਸ਼ਟਰਪਤੀ ਤੇ ਵਾਈਸ ਪ੍ਰੈਜ਼ੀਡੈਂਟ ਮਤਲਬ ਉਪ ਰਾਸ਼ਟਰਪਤੀ ਨੂੰ ਚੁਣਨ ਲਈ ਇਨਡਾਇਰੈਕਟ ਸਿਸਟਮ ਵਰਤਿਆ ਜਾਂਦਾ ਹੈ। ਇਹਨਾਂ ਨੂੰ ਪਹਿਲਾਂ ਤੋਂ ਚੁਣੇ ਗਏ ਮੰਤਰੀ ਵੋਟ ਦੇ ਕੇ ਅਹੁਦੇ ਤੱਕ ਪਹੁੰਚਾਉਂਦੇ ਨੇ। ਇੰਡੀਆ ਵਿੱਚ ਚੋਣਾਂ ਦਾ ਇਤਿਹਾਸ 1853 ਤੋਂ ਬ੍ਰਿਟਿਸ਼ ਸਰਕਾਰ ਤੋਂ ਹੀ ਸ਼ੁਰੂ ਹੁੰਦਾ ਹੈ, ਪਰ ਇਸ ਵਿੱਚ VOTING ਰਾਈਟਸ ਬਹੁਤ ਘੱਟ ਸੀ। ਹਰ ਕੋਈ ਵੋਟ ਨਹੀਂ ਕਰ ਸਕਦਾ ਸੀ। ਕੁਝ ਲਿਮਟਿਡ ਲੋਕਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਸੀ। ਤੇ ਤੁਹਾਨੂੰ ਦੱਸ ਦਈਏ ਕਿ 1951 ਤੇ 52 ਵਿੱਚ ਪਹਿਲੀ ਵਾਰ ਆਜ਼ਾਦ ਭਾਰਤ ਦੀਆਂ ਵੋਟਾਂ ਹੋਈਆਂ ਸੀ ਤੇ ਆਪਣੇ ਭਾਰਤ ਦਾ ਪਹਿਲਾ ਵੋਟਰ ਸ਼ਾਮ ਸਰਨ ਨੇਗੀ ਸੀ। ਬੇਸ਼ੱਕ ਆਜ਼ਾਦ 1947 ਚ ਹੋ ਗਏ ਸੀ, ਪਰ ਵੋਟਾਂ 51 ਦੇ ਲਾਸਟ ਵਿੱਚ ਹੋਈਆਂ ਤੇ 52 ਦੇ ਸ਼ੁਰੂਆਤ ਵਿੱਚ ਇਹਨਾਂ ਦਾ ਰਿਜ਼ਲਟ ਆਇਆ ਤੇ ਇਸ ਵਿੱਚ 36 ਕਰੋੜ ਲੋਕ ਜੋ ਵੋਟ ਦੇ ਸਕਦੇ ਸੀ, ਉਹਨਾਂ ਵਿੱਚੋਂ 17 ਕਰੋੜ ਲੋਕਾਂ ਨੇ ਹੀ ਵੋਟ ਕੀਤੀ। ਪਰ ਇਹ ਉਸ ਸਮੇਂ ਦੇ ਹਿਸਾਬ ਨਾਲ ਇੱਕ ਵਧੀਆ ਨੰਬਰ ਹੈ।
ਤੇ ਤੁਹਾਨੂੰ ਦੱਸ ਦਈਏ ਕਿ 1988 ਤੋਂ ਪਹਿਲਾਂ ਇੰਡੀਆ ਵਿੱਚ 21 ਸਾਲ ਦੇ ਨੌਜਵਾਨ ਹੀ ਵੋਟ ਪਾ ਸਕਦੇ ਸੀ, ਪਰ 1988 ਤੋਂ ਬਾਅਦ ਇਸ ਨੂੰ ਘਟਾ ਕੇ 18 ਸਾਲ ਕਰ ਦਿੱਤਾ ਗਿਆ। ਇੰਡੀਆ ਦੀ ਗਵਰਨਮੈਂਟ ਵਿੱਚ 1951 ਤੋਂ ਅੱਜ ਤੱਕ ਬਹੁਤ ਉਤਰਾਅ ਚੜ੍ਹਾਅ ਆਏ ਨੇ, ਜਿਸ ਵਿੱਚ ਅਲੱਗ-ਅਲੱਗ ਪਾਰਟੀਆਂ ਪਾਵਰ ਵਿੱਚ ਆਈਆਂ। ਤੇ ਇਹ ਸਰਕਾਰ ਕੰਮ ਕਿਵੇਂ ਕਰਦੀ ਹੈ, ਇਸ ਬਾਰੇ ਗੱਲ ਕਰੀਏ ਤਾਂ ਸਰਕਾਰ ਦੋ ਤਰ੍ਹਾਂ ਦੀ ਹੁੰਦੀ ਹੈ। ਸਾਡੇ ਇੱਥੇ ਪਾਰਲੀਮੈਂਟ ਸਰਕਾਰ ਬਣਦੀ ਹੈ ਤੇ ਅਮਰੀਕਾ ਵਿੱਚ ਪ੍ਰੈਜ਼ੀਡੈਂਸ਼ੀਅਲ ਸਰਕਾਰ ਬਣਦੀ ਹੈ। ਪਾਰਲੀਮੈਂਟ ਗਵਰਨਮੈਂਟ ਵਿੱਚ ਪ੍ਰਾਈਮ ਮਿਨਿਸਟਰ ਤੇ ਪ੍ਰੈਜ਼ੀਡੈਂਟ ਦੋਨੋਂ ਹੁੰਦੇ ਨੇ ਤੇ ਸਰਕਾਰ ਨੂੰ ਪਾਰਲੀਮੈਂਟ ਜੇ ਉਤਾਰਨਾ ਚਾਹੇ ਤਾਂ ਉਤਾਰ ਸਕਦੀ ਹੈ, ਮਤਲਬ ਜੇ ਉਹਨਾਂ ਨੂੰ ਕਿਸੇ ਚੀਜ਼ ਦਾ ਕੌਨਫੀਡੈਂਸ ਨਾ ਲੱਗਦਾ ਹੋਵੇ। ਅਮਰੀਕਾ ਵਿੱਚ ਪ੍ਰਾਈਮ ਮਿਨਿਸਟਰ ਨਹੀਂ ਹੁੰਦਾ, ਉੱਥੋਂ ਦੇ ਪ੍ਰੈਜ਼ੀਡੈਂਟ ਦੇ ਹੱਥ ਵਿੱਚ ਸਾਰੀਆਂ ਪਾਵਰਸ ਹੁੰਦੀਆਂ ਨੇ, ਪਰ ਸਾਡੇ ਇੱਥੇ ਪ੍ਰੈਜ਼ੀਡੈਂਟ ਤੇ ਪ੍ਰਾਈਮ ਮਿਨਿਸਟਰ ਦੋਨੋਂ ਹੁੰਦੇ ਨੇ। ਇਹਨਾਂ ਦਾ ਅੰਤਰ ਇਹ ਆ ਕਿ ਪ੍ਰੈਜ਼ੀਡੈਂਟ ਹੈੱਡ ਆਫ ਨੇਸ਼ਨ ਹੁੰਦਾ ਹੈ ਤੇ ਪ੍ਰਾਈਮ ਮਿਨਿਸਟਰ ਹੈੱਡ ਆਫ ਗਵਰਨਮੈਂਟ ਹੁੰਦਾ ਹੈ। ਇੱਕ ਤਰ੍ਹਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੀ ਦੇਸ਼ ਚਲਾਉਣ ਵਿੱਚ ਮਦਦ ਕਰਦਾ ਹੈ। ਸਰਕਾਰ ਨੂੰ ਦੇਸ਼ ਦੇ ਲੋਕ ਚੁਣਦੇ ਨੇ। ਇਸ ਤਰ੍ਹਾਂ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੀ ਹੈ ਤੇ ਉਹਨਾਂ ਨੂੰ ਹੱਲ ਕਰਨ ਲਈ ਪਾਰਲੀਮੈਂਟ ਵਿੱਚ ਬਿੱਲ ਪਾਸ ਕਰਦੀ ਹੈ। ਉਹ ਬਿੱਲ ਪਾਰਲੀਮੈਂਟ ਤੋਂ ਪ੍ਰੈਜ਼ੀਡੈਂਟ ਤੱਕ ਜਾਂਦਾ ਹੈ ਤੇ ਪ੍ਰੈਜ਼ੀਡੈਂਟ ਉਸ ਬਿੱਲ ਨੂੰ ਲਾਅ ਬਣਾਉਂਦਾ ਹੈ ਜਾਂ ਇਸ ਦੀ ਮਨਜ਼ੂਰੀ ਦਿੰਦਾ ਹੈ। ਇਸ ਤਰ੍ਹਾਂ ਪ੍ਰੈਜ਼ੀਡੈਂਟ ਤੇ ਪ੍ਰਾਈਮ ਮਿਨਿਸਟਰ ਕੰਮ ਕਰਦੇ ਨੇ। ਇੱਕ ਬਿੱਲ ਨੂੰ ਲੋਕ ਸਭਾ, ਰਾਜ ਸਭਾ ਤੇ ਪ੍ਰੈਜ਼ੀਡੈਂਟ ਤਿੰਨਾਂ ਕੋਲੋਂ ਪਾਸ ਹੋਣਾ ਜ਼ਰੂਰੀ ਹੈ। ਮਤਲਬ ਕੁੱਲ ਮਿਲਾ ਕੇ ਰਾਸ਼ਟਰਪਤੀ ਦੀਆਂ ਅੱਧੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪ੍ਰਾਈਮ ਮਿਨਿਸਟਰ ਹੈ। ਤੇ ਲੋਕ ਸਭਾ ਵਿੱਚ 545 ਮੈਂਬਰ ਹੁੰਦੇ ਨੇ, ਜਿਨ੍ਹਾਂ ਵਿੱਚ 530 ਅਲੱਗ-ਅਲੱਗ ਸਟੇਟਾਂ ਵਿੱਚ ਆਉਂਦੇ ਨੇ ਤੇ 13 ਯੂਨੀਅਨ ਟੈਰੀਟਰੀਜ਼ ਤੋਂ ਤੇ 2 ਮੈਂਬਰਾਂ ਨੂੰ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਹੈ। ਪ੍ਰੈਜ਼ੀਡੈਂਟ ਤੋਂ ਪ੍ਰਾਈਮ ਮਿਨਿਸਟਰ, ਇਸ ਤੋਂ ਬਾਅਦ ਅੱਗੇ ਬਹੁਤ ਸਾਰੇ ਕੈਬਨਿਟ ਮਿਨਿਸਟਰ, ਸਟੇਟ ਮਿਨਿਸਟਰ, ਸੈਕਟਰੀ, ਡਾਇਰੈਕਟਰ ਤੇ ਹੋਰ ਬਹੁਤ ਸਾਰੇ ਅਹੁਦੇ ਹੁੰਦੇ ਨੇ ਜੋ ਸਰਕਾਰ ਚਲਾਉਣ ਤੇ ਦੇਸ਼ ਚਲਾਉਣ ਵਿੱਚ ਯੋਗਦਾਨ ਪਾਉਂਦੇ ਨੇ। ਸੋ ਹੁਣ ਗੱਲ ਕਰਦੇ ਹਾਂ EVM ਕੀ ਹੈ। EVM ਦੀ ਫੁੱਲ ਫਾਰਮ ਇਲੈਕਟ੍ਰਿਕ ਵੋਟਿੰਗ ਮਸ਼ੀਨ ਹੈ। ਸੋ ਇਸ ਨੂੰ ਲੈ ਕੇ ਹਮੇਸ਼ਾ ਤੋਂ ਬਹਿਸ ਛਿੜੀ ਰਹਿੰਦੀ ਹੈ। ਕੁਝ ਲੋਕ ਇਸ ਵਿੱਚ ਗੜਬੜੀ ਦੇ ਆਰੋਪ ਲਗਾਉਂਦੇ ਨੇ ਤੇ ਕੁਝ ਇਸ ਦੇ ਪ੍ਰਯੋਗ ਨੂੰ ਸਹੀ ਮੰਨਦੇ ਨੇ। ਸੋ ਹੁਣ ਗੱਲ ਕਰਦੇ ਹਾਂ ਕਿ ਇਸ ਨੂੰ ਕਿਸ ਨੇ ਬਣਾਇਆ। EVM ਦਾ ਅਵਿਸ਼ਕਾਰ ਇੰਡੀਆ ਵਿੱਚ ਹੀ 1980 ਵਿੱਚ MB ਹਨੀਫਾ ਦੁਆਰਾ ਕੀਤਾ ਗਿਆ ਸੀ ਤੇ ਪਹਿਲਾਂ ਇਸ ਨੂੰ ਤਾਮਿਲਨਾਡੂ ਦੇ ਕੁਝ ਸ਼ਹਿਰਾਂ ਵਿੱਚ ਪ੍ਰਦਰਸ਼ਨੀਆਂ ਵਿੱਚ ਦਿਖਾਇਆ ਗਿਆ ਤੇ 1999 ਵਿੱਚ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ EVM ਬਣਾਉਣ ਦੀ ਸ਼ੁਰੂਆਤ ਕੀਤੀ ਤੇ 2004 ਵਿੱਚ ਲੋਕ ਸਭਾ ਤੇ ਵਿਧਾਨ ਸਭਾ ਵਿੱਚ EVM ਦਾ ਪ੍ਰਯੋਗ ਹੋਣਾ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਪੇਪਰ VOTING ਸਿਸਟਮ ਹੁੰਦਾ ਸੀ। ਇਸ ਵਿੱਚ 2 ਯੂਨਿਟ ਹੁੰਦੇ ਨੇ, ਕੰਟਰੋਲ ਯੂਨਿਟ ਤੇ VOTING ਯੂਨਿਟ, ਜੋ 5 ਮੀਟਰ ਦੀ ਤਾਰ ਨਾਲ ਆਪਸ ਵਿੱਚ ਜੁੜੇ ਹੁੰਦੇ ਨੇ। ਕੰਟਰੋਲ ਯੂਨਿਟ ਅਧਿਕਾਰੀ ਕੋਲ ਰਹਿੰਦਾ ਹੈ ਤੇ VOTING ਯੂਨਿਟ ਮਤਦਾਨ ਕਰਨ ਵਾਲੇ ਬੰਦੇ ਕੋਲ ਹੁੰਦਾ ਹੈ। ਅਧਿਕਾਰੀ ਵਾਲਟ ਬਟਨ ਨੂੰ ਦੱਬ ਕੇ ਮਤਦਾਨ ਕਰਨ ਵਾਲੇ ਨੀਲੇ ਬਟਨ ਨੂੰ ਤਿਆਰ ਕਰਦਾ ਹੈ। EVM 6 ਵੋਲਟੇਜ ਦੀ ਇੱਕ ਬੈਟਰੀ ਨਾਲ ਚੱਲਦਾ ਹੈ, ਜਿਸ ਨੂੰ ਖਾਸ ਸਰਕਾਰੀ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਬਣਾਇਆ ਜਾਂਦਾ ਹੈ। ਇੱਕ EVM ਵਿੱਚ 3840 ਮਤਦਾਨ ਦਾ ਰਿਕਾਰਡ ਕੀਤਾ ਜਾ ਸਕਦਾ ਹੈ ਤੇ ਇੱਕ EVM ਵਿੱਚ ਕੁੱਲ 64 ਉਮੀਦਵਾਰਾਂ ਦੇ ਨਾਮ ਅੰਕਿਤ ਹੋ ਸਕਦੇ ਨੇ। ਇੱਕ ਬੈਲਟ ਯੂਨਿਟ ਵਿੱਚ 16 ਨਾਮ ਰਹਿੰਦੇ ਨੇ। ਇੱਕ EVM ਵਿੱਚ 4 ਬੈਲਟ ਯੂਨਿਟ ਜੋੜੇ ਜਾ ਸਕਦੇ ਨੇ। ਜੇਕਰ 64 ਤੋਂ ਵੱਧ ਉਮੀਦਵਾਰ ਹੋਣ ਤਾਂ ਪੇਪਰ ਬੈਲਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ EVM ਮਸ਼ੀਨ ਵਿੱਚ ਇੱਕ ਵਾਰ ਤੋਂ ਵੱਧ ਵਾਰ ਬਟਨ ਦੱਬਣ ਤੇ ਮਤਦਾਨ ਦਰਜ ਨਹੀਂ ਹੁੰਦਾ ਤੇ ਇਕੱਠੇ 2 ਬਟਨ ਦੱਬਣ ਨਾਲ ਵੋਟ ਦਰਜ ਨਹੀਂ ਹੁੰਦੀ, ਮਤਲਬ ਤੁਹਾਡੀ ਵੋਟ ਕੈਂਸਲ ਹੋ ਜਾਵੇਗੀ। ਇਹ ਮਸ਼ੀਨ ਇੱਕ ਵਿਅਕਤੀ ਇੱਕ ਵੋਟ ਦੇ ਸਿਧਾਂਤ ਤੇ ਚੱਲਦੀ ਹੈ। ਆਖਰੀ ਵੋਟਰ ਦੁਆਰਾ ਵੋਟ ਪਾਉਣ ਤੋਂ ਬਾਅਦ ਕੰਟਰੋਲ ਯੂਨਿਟ ਦਾ ਅਧਿਕਾਰੀ ਇਸ ਨੂੰ ਬੰਦ ਕਰ ਦਿੰਦਾ ਹੈ ਤੇ ਚੋਣਾਂ ਪੂਰੀਆਂ ਪੈਣ ਤੋਂ ਬਾਅਦ ਕੰਟਰੋਲ ਯੂਨਿਟ ਤੋਂ VOTING ਯੂਨਿਟ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ ਤੇ ਇਸ ਨੂੰ ਸੁਰੱਖਿਅਤ ਰੱਖਣ ਲਈ ਇਸ ਤੇ ਸੀਲ ਲਗਾਈ ਜਾਂਦੀ ਹੈ। ਇਸ ਮਸ਼ੀਨ ਨੂੰ ਇੱਕ ਖਾਸ ਤਰ੍ਹਾਂ ਦੇ ਕਾਗਜ਼ ਨਾਲ ਸੀਲ ਕੀਤਾ ਜਾਂਦਾ ਹੈ, ਜਿਸ ਤੇ ਆਪਣਾ ਅਲੱਗ ਨੰਬਰ ਲਿਖਿਆ ਹੁੰਦਾ ਹੈ। ਕਾਗਜ਼ ਨਾਲ ਬੰਦ ਕਰਨ ਤੋਂ ਬਾਅਦ ਇਸ ਹਿੱਸੇ ਨੂੰ ਧਾਗੇ ਦੀ ਮਦਦ ਨਾਲ ਬੰਦ ਕੀਤਾ ਜਾਂਦਾ ਹੈ ਤੇ ਉਸ ਦੇ ਉੱਤੇ ਗਰਮ ਪਿੱਤਲ ਦੀ ਸੀਲ ਲਗਾ ਕੇ ਪੈਕ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਮਸ਼ੀਨ ਨੂੰ ਪੂਰੀ ਸਿਕਿਉਰਿਟੀ ਨਾਲ ਵੋਟ ਗਿਣਨ ਵਾਲੇ ਕੇਂਦਰ ਵਿੱਚ ਲਿਜਾਇਆ ਜਾਂਦਾ ਹੈ, ਜਿੱਥੇ ਇਹਨਾਂ ਨੂੰ ਸਪੈਸ਼ਲ ਨਿਗਰਾਨੀ ਵਿੱਚ ਰੱਖਿਆ ਜਾਂਦਾ ਹੈ। ਸੋ ਹੁਣ ਬਹੁਤ ਸਾਰੇ ਲੋਕ ਕਹਿਣਗੇ ਕਿ ਇਸ ਵਿੱਚ ਗੜਬੜੀ ਹੋ ਸਕਦੀ ਹੈ ਤੇ ਕੁਝ ਕਹਿੰਦੇ ਨੇ ਕਿ ਗੜਬੜੀ ਹੋ ਕੇ ਸਰਕਾਰ ਵੀ ਬਣੀ ਹੈ, ਪਰ ਇਹ ਇੱਕ ਅਲੱਗ ਵਿਸ਼ਾ ਹੈ ਜਿਸ ਤੇ ਬਹਿਸ ਕੀਤੀ ਜਾ ਸਕਦੀ ਹੈ। ਤੇ ਜਦੋਂ ਪੇਪਰ VOTING ਦਾ ਜ਼ਮਾਨਾ ਸੀ, ਉਸ ਵਿੱਚ ਗੜਬੜੀ ਦੇ ਖਤਰੇ ਜ਼ਿਆਦਾ ਵਧਣ ਕਾਰਨ ਇਸ ਨਾਲ ਰਿਪਲੇਸਮੈਂਟ ਕੀਤਾ ਗਿਆ। ਸੋ EVM ਵਿੱਚ ਤੁਹਾਡੀ ਵੋਟ ਤੁਹਾਡੇ ਉਮੀਦਵਾਰ ਨੂੰ ਹੀ ਗਈ ਹੈ। ਇਸ ਦਾ ਭਰੋਸਾ ਦਿਵਾਉਣ ਲਈ ਇਸ ਦੇ ਨਾਲ VVPAT ਮਸ਼ੀਨ ਵੀ ਰੱਖ ਦਿੱਤੀ ਗਈ ਸੀ, ਤਾਂ ਕਿ ਜੋ ਲੋਕ EVM ਸਕੈਮ ਬਾਰੇ ਕਹਿ ਰਹੇ ਨੇ ਉਹਨਾਂ ਨੂੰ ਇਸ ਦੀ ਮਦਦ ਨਾਲ ਸਹੀ ਕੀਤਾ ਜਾ ਸਕੇ। ਸੋ VVPAT ਦੀ ਫੁੱਲ ਫਾਰਮ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰਾਇਲ ਕਿਹਾ ਜਾਂਦਾ ਹੈ। ਇਸ ਨੂੰ VOTING ਯੂਨਿਟ ਦੀ ਤਾਰ ਨਾਲ ਜੋੜਿਆ ਜਾਂਦਾ ਹੈ। ਇਸ ਦਾ ਫਾਇਦਾ ਇਹ ਹੈ ਕਿ ਵੋਟਰ ਵੋਟ ਪਾ ਕੇ VVPAT ਮਸ਼ੀਨ ਵਿੱਚ ਆਪਣੇ ਸਾਹਮਣੇ ਪਰਚੀ ਤੇ ਦੇਖ ਸਕਦਾ ਹੈ ਕਿ
ਉਸਦੀ ਵੋਟ ਉਸੇ ਉਮੀਦਵਾਰ ਜਾਂ ਪਾਰਟੀ ਨੂੰ ਗਈ ਹੈ ਜਿਸ ਨੂੰ ਉਸਨੇ ਪਾਈ ਹੈ। ਇਹ ਇੱਕ ਤਰ੍ਹਾਂ ਵੋਟਾਂ ਵਿੱਚ ਹੋਣ ਵਾਲੀ ਧੋਖਾਧੜੀ ਹੀ ਰੋਕਦੀ ਹੈ, ਪਰ ਇਸ ਨੂੰ ਅਲੱਗ-ਅਲੱਗ ਜਗ੍ਹਾ ਤੇ ਅਜੇ ਚੈੱਕ ਹੀ ਕੀਤਾ ਗਿਆ ਹੈ, ਪੱਕੇ ਤੌਰ ਤੇ ਲਗਾਈ ਨਹੀਂ ਗਈ। ਤੇ ਤੁਸੀਂ ਇਹ ਸਿਆਹੀ ਤਾਂ ਵੋਟਾਂ ਤੋਂ ਬਾਅਦ ਜ਼ਰੂਰ ਲੱਗਦੀ ਦੇਖੀ ਹੋਵੇਗੀ। ਇਸ ਨੂੰ ਇੰਡੈਲੀਬਲ ਇੰਕ ਕਿਹਾ ਜਾਂਦਾ ਹੈ। ਇੰਡੀਆ ਵਿੱਚ 1951 ਵਿੱਚ ਪਹਿਲੀ ਵਾਰ ਵੋਟਾਂ ਪਈਆਂ ਸੀ। ਉਸ ਸਮੇਂ ਇਲੈਕਸ਼ਨ ਕਮਿਸ਼ਨ ਸਾਹਮਣੇ ਇਹ ਇੱਕ ਬਹੁਤ ਵੱਡਾ ਚੈਲੰਜ ਸੀ ਕਿ ਲੋਕ ਡੁਪਲੀਕੇਟ ਵੋਟ ਪਾ ਜਾਂਦੇ ਸੀ। ਇਸ ਦੇ ਖਾਤਮੇ ਲਈ ਮਿਸਟਰ ਸੁਖਮਰ ਸੈਨ, ਇੰਡੀਆ ਦੇ ਪਹਿਲੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਇੰਡੈਲੀਬਲ ਇੰਕ ਦਾ ਆਈਡੀਆ ਲੋਕਾਂ ਸਾਹਮਣੇ ਰੱਖਿਆ ਤੇ 1962 ਵਿੱਚ ਪਹਿਲੀ ਵਾਰ ਚੋਣਾਂ ਦੌਰਾਨ ਇਹ ਇੰਕ ਵਰਤੀ ਗਈ। ਇਹ ਖੱਬੇ ਹੱਥ ਦੀ ਇੰਡੈਕਸ ਫਿੰਗਰ ਤੇ ਲੱਗਦੀ ਹੈ। ਇਹ ਪਰਮਾਨੈਂਟ ਡਾਈ ਵਾਂਗ ਹੁੰਦੀ ਹੈ ਜੋ 15 ਦਿਨਾਂ ਤੱਕ ਰਹਿੰਦੀ ਹੈ। ਇਹ ਕੈਮੀਕਲ ਪਲੱਸ ਡਾਈ ਪਲੱਸ ਸਿਲਵਰ ਨਾਈਟ੍ਰੇਟ ਦੇ ਮਿਸ਼ਰਣ ਨਾਲ ਤਿਆਰ ਹੁੰਦੀ ਹੈ, ਜਿਸ ਨੂੰ ਸਿਲਵਰ ਕਲੋਰਾਈਡ ਕਹਿੰਦੇ ਨੇ, ਜੋ ਪਾਣੀ ਦੀ ਮਦਦ ਨਾਲ ਧੋਈ ਨਹੀਂ ਜਾਂਦੀ ਤੇ ਸਕਿਨ ਨਾਲ ਪਕੜ ਬਣਾ ਲੈਂਦੀ ਹੈ। ਤੇ ਤੁਹਾਨੂੰ ਦੱਸ ਦਈਏ, ਇੱਕ ਸਮੇਂ ਇਹ ਇੰਕ ਦੀ ਜਗ੍ਹਾ ਵੋਟ ਪਾਉਣ ਤੋਂ ਬਾਅਦ ਸਮਾਲ ਪੌਕਸ ਦੀ ਵੈਕਸੀਨ ਲਾਉਣ ਦਾ ਆਈਡੀਆ ਵੀ ਰੱਖਿਆ ਗਿਆ ਸੀ, ਕਿਉਂਕਿ ਉਸ ਦਾ ਨਿਸ਼ਾਨ ਇੱਕ ਹਫ਼ਤੇ ਤੱਕ ਬਾਂਹ ਤੇ ਰਹਿੰਦਾ ਸੀ, ਪਰ ਇਹ ਬਹੁਤ ਹੀ ਕੰਪਲਿਕੇਟਡ ਸੀ। ਇਸ ਕਰਕੇ ਇਹ ਆਈਡੀਆ ਨੂੰ ਡ੍ਰੌਪ ਕਰ ਦਿੱਤਾ ਗਿਆ ਤੇ ਇੰਡੈਲੀਬਲ ਇੰਕ ਹੀ ਵੋਟਸ ਦਾ ਪਾਰਟ ਬਣ ਗਿਆ। ਇਸ ਇੰਕ ਨੂੰ ਬਣਾਉਣ ਦਾ ਲਾਇਸੈਂਸ ਮਾਈਸੂਰ ਦੀ ਲੈਬੋਰੇਟਰੀ ਨੂੰ ਦਿੱਤਾ ਗਿਆ, ਜੋ ਅੱਜ ਤੱਕ ਇਸ ਇੰਕ ਨੂੰ ਬਣਾ ਰਹੀ ਹੈ। ਇੰਡੀਆ ਤੋਂ ਇਲਾਵਾ 35 ਹੋਰ ਦੇਸ਼ਾਂ ਵਿੱਚ ਇਸ ਇੰਕ ਨੂੰ ਹੀ ਐਕਸਪੋਰਟ ਕੀਤਾ ਜਾਂਦਾ ਹੈ। ਇਸ ਤੋਂ ਵੀ ਅੱਗੇ ਜੇਕਰ ਦੇਖੀਏ ਤਾਂ ਇੱਕ ਇਨਵਿਜ਼ੀਬਲ ਇੰਕ ਬਣਾਈ ਜਾ ਰਹੀ ਹੈ, ਜੋ ਸਿਰਫ UV ਲਾਈਟ ਵਿੱਚ ਹੀ ਦਿਖੇਗੀ, ਪਰ ਇਹ ਇੰਕ ਤੇ ਹਲੇ ਕੰਮ ਚੱਲ ਰਿਹਾ ਹੈ। ਸੋ ਲਾਸਟ ਵਿੱਚ ਗੱਲ ਕਰਦੇ ਹਾਂ, ਸੂਜ਼ਨ ਵੀ ਐਂਥਨੀ ਨੇ ਕਿਹਾ ਸੀ, ਸਮਵਨ ਸਟਰਗਲਡ ਫॉर ਯੂਰ ਰਾਈਟ ਟੂ ਵੋਟ, ਯੂਜ਼ ਇਟ। ਸੋ ਕਿਸੇ ਨੇ ਤੁਹਾਡੇ ਵੋਟ ਦੇ ਅਧਿਕਾਰ ਲਈ ਕਿਸੇ ਸਮੇਂ ਸੰਘਰਸ਼ ਕੀਤਾ ਸੀ, ਸੋ ਇਸ ਦੀ ਵਰਤੋਂ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਤੇ ਇਸੇ ਤਰ੍ਹਾਂ ਜਾਰਜ ਜੀਨ ਨਾਥਨ ਕਹਿੰਦੇ ਨੇ ਕਿ ਬੁਰੇ ਅਧਿਕਾਰੀ ਉਹਨਾਂ ਸਮਝਦਾਰ ਲੋਕਾਂ ਦੁਆਰਾ ਚੁਣੇ ਜਾਂਦੇ ਨੇ ਜੋ ਆਪ ਵੋਟ ਨਹੀਂ ਪਾਉਂਦੇ ਤੇ ਲੋਕਾਂ ਨੂੰ ਸਲਾਹ ਦਿੰਦੇ ਰਹਿੰਦੇ ਨੇ। ਫ੍ਰੀ ਲੈਵਲ ਪਲੇਟਫਾਰਮ ਬਾਰੇ ਦੱਸ ਦਈਏ, ਇਹ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਤੁਸੀਂ ਸਿਰਫ ਇੱਕ ਟੈਸਟ ਦੇਣਾ ਤੇ ਤੁਹਾਡੀ ਜੌਬ ਇੰਡੀਆ ਦੀਆਂ ਟੌਪ ਕੰਪਨੀਆਂ ਦੇ ਵਿੱਚ ਲੱਗ ਸਕਦੀ ਹੈ ਤੇ ਵਧੀਆ ਪ੍ਰੋਡਕਟ ਜਿੱਤਣ ਦਾ ਮੌਕਾ ਵੀ ਮਿਲ ਸਕਦਾ ਹੈ। ਸੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ, ਇੱਕ ਵਾਰੀ ਚੈੱਕ ਜ਼ਰੂਰ ਕਰਿਓ। ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜ਼ਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।